ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਨੇ। ਯੁੱਗਾਂ ਤੋਂ ਚੱਲੇ ਆਉਂਦੇ ਕਾਫਲੇ ਇਸ ਸੱਚ ਦਾ ਗਵਾਹ ਬਣਦੇ ਨੇ। ਹਮੇਸ਼ਾ ਸੋਚਿਆ ਬਣਨਾ ਤੁਹਾਡੇ ਪਿਆਰ ਦਾ ਪਾਤਰ, ਕਦੇ ਨਾ ਸੋਚਿਆ ਕਿ ਉਹ ਬਣਦੇ ਜਾਂ ਆ ਬਣਦੇ, ਉਹ ਬਣਦੇ ਜਾਂ ਆ ਬਣਦੇ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਜੀ ਅਮਨਪ੍ਰੀਤ ਸਿੰਘ ਅਤੇ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਦੇਸ਼ ਦੇ ਵਿੱਚ ਇੱਕ ਚੀਜ਼ ਦਾ ਬੜਾ ਰੌਲਾ ਪਿਆ ਹੋਇਆ ਜੀ, ਨੌਜਵਾਨ ਵਰਗ ਅਕਸਰ ਇਹ ਕਹਿ ਦਿੰਦਾ ਕਿ ਅਸੀਂ ਕਿੱਥੋਂ ਸ਼ੁਰੂਆਤ ਕਰੀਏ। ਇੱਕ ਵੈਲ ਟੂ ਡੂ ਫੈਮਲੀਆਂ, ਬੜੀਆਂ ਅੱਛੇ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਵੀ ਨੌਜਵਾਨਾਂ ਨੂੰ ਸ਼ੁਰੂਆਤ ਕਰਨੀ ਬੜੀ ਮੁਸ਼ਕਿਲ ਲੱਗਦੀ ਹੈ। ਸਾਨੂੰ ਲੋੜ ਹੈ ਕੁਝ ਅਜਿਹੀਆਂ ਸ਼ਖਸੀਅਤਾਂ ਤੋਂ ਸੇਧ ਲੈਣ ਦੀ ਜਿਨ੍ਹਾਂ ਨੇ ਇੱਕ ਜ਼ਿੰਦਗੀ ਸ਼ੁਰੂ ਕੀਤੀ, ਉਹ ਜ਼ਿੰਦਗੀ ਪੂਰੀ ਤਰ੍ਹਾਂ ਤਹਿਸ ਨਹਿਸ ਹੋ ਗਈ। ਇੱਕ ਹੀ ਜਨਮ ਦੇ ਵਿੱਚ ਉਹਨਾਂ ਦੂਸਰੀ ਜ਼ਿੰਦਗੀ ਸ਼ੁਰੂ ਕੀਤੀ ਔਰ ਅੱਜ ਉਹ ਆਪਣੇ ਜੀਵਨ ਦੀਆਂ ਬੁਲੰਦੀਆਂ 'ਤੇ ਨਹੀਂ। ਅਜਿਹੀ ਸ਼ਖਸੀਅਤ ਦੇ ਨਾਲ ਤੁਹਾਨੂੰ ਮੁਲਾਕਾਤ ਕਰਵਾਉਂਦੇ ਹਾਂ ਜੀ। ਇਸੇ ਦੇ ਤਹਿਤ ਅਸੀਂ ਦਿੱਲੀ ਪਹੁੰਚੇ ਹੋਏ ਹਾਂ, ਦੇਸ਼ ਦੀ ਰਾਜਧਾਨੀ, ਔਰ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਪ੍ਰੀਤਮ ਸਿੰਘ ਜੀ ਮਾਣਾ। ਮਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਬਸ ਇੱਕ ਵਾਹਿਗੁਰੂ ਦੀ ਮਿਹਰ ਹੈ ਅਤੇ ਸਿਹਤਾਂ ਠੀਕ ਰਹਿੰਦੀਆਂ ਜੀ? ਬਹੁਤ ਜੀ, ਬੜੀ ਕਿਰਪਾ ਉਹਦੀ। 80 ਸਾਲ ਉਮਰ ਹੋ ਗਈ ਹੈ, ਇਸ ਤੋਂ ਵਧੀਆ ਹੋਰ ਕੀ ਹੋਣਾ। ਖਾਣਾ ਪੀਣਾ ਮੈਂ ਨਾਰਮਲ ਆਪਣਾ ਕੰਟਰੋਲ ਰੱਖਿਆ ਹੈ। ਸਵੇਰੇ ਮੈਂ ਨਾਸ਼ਤਾ ਕਰਨਾ ਅਤੇ ਸ਼ਾਮ ਨੂੰ 5 ਵਜੇ ਮੈਂ ਰੋਟੀ ਖਾ ਕੇ ਰਾਤ ਨੂੰ ਰੋਟੀ ਨਹੀਂ ਖਾਂਦਾ। ਮਾਣਾ ਸਾਹਿਬ, ਅੱਜ ਤੁਸੀਂ ਜ਼ਿੰਦਗੀ ਦੀ ਹਰ ਚੀਜ਼ ਤੁਹਾਡੇ ਕੋਲ ਹੈ, ਬੜਾ ਤੁਸੀਂ ਅੱਛਾ ਜੀਵਨ ਬਤੀਤ ਕਰ ਰਹੇ ਹੋ ਔਰ ਆਪਣੇ ਜੀਵਨ ਦੇ ਵਿੱਚ ਬੜੀਆਂ ਉਚਾਈਆਂ ਪ੍ਰਾਪਤ ਕੀਤੀਆਂ। ਪਰ ਆਪਾਂ ਸ਼ੁਰੂਆਤ ਕਰਾਂਗੇ ਕਿ ਇਹ ਜਿਹੜਾ ਸਫ਼ਰ ਹੈ, ਇਹਦੀ ਸ਼ੁਰੂਆਤ ਕਿੱਥੋਂ ਹੋਈ? ਥੋੜ੍ਹਾ ਜਿਹਾ ਜਿਹੜਾ ਤੁਹਾਡਾ ਨਾ ਮੁੱਢਲੇ ਜੀਵਨ ਬਾਰੇ ਜਾਣਕਾਰੀ ਦਿਓ। ਇਸ ਤਰ੍ਹਾਂ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਂ ਪਿਤਾ ਜੀ ਕੋਲ ਸੌਂਦਾ ਸੀ ਰੋਜ਼, ਅਤੇ ਉਹ ਮੈਨੂੰ ਆਪਣੀ ਜ਼ਿੰਦਗੀ ਦੇ ਬਾਰੇ ਦੱਸਦੇ ਰਹਿੰਦੇ ਸੀ। ਠੀਕ ਹੈ ਜੀ। ਰਾਤ ਨੂੰ ਉਹਨਾਂ ਕੋਲ ਹੀ ਸੌਂਦਾ ਸੀ ਅਤੇ ਸਵੇਰੇ ਉੱਠ ਕੇ ਉਹ 4 ਵਜੇ ਗੁਰਬਾਣੀ ਦਾ ਪਾਠ ਕਰਦੇ ਸੀ। ਠੀਕ ਹੈ ਜੀ। ਅਤੇ ਰਾਤੀ ਮੈਨੂੰ ਆਪਣੀ ਕਹਾਣੀਆਂ ਸੁਣਾਉਂਦੇ ਸੀ ਉਹ। ਅੱਛਾ ਜੀ। ਅਤੇ ਇੱਕ ਦਿਨ ਉਹਨਾਂ ਮੈਨੂੰ ਦੱਸਿਆ ਕਿ ਉਹ ਇੰਨੀ ਗੁਰਬਤ ਸੀ ਉਹਨਾਂ ਦੇ ਖਾਨਦਾਨ ਵਿੱਚ। ਠੀਕ ਹੈ ਜੀ। ਇੰਨੀ ਗੁਰਬਤ ਸੀ ਕਿ ਉਹ ਬਿਆਨ ਕਰਨ ਲੱਗਿਆ ਉਹਨਾਂ ਦੇ ਅੱਥਰੂ ਆ ਗਏ। ਅੱਛਾ ਜੀ। ਕਹਿੰਦੇ ਨੇ ਕਿ ਮੇਰੇ ਫਾਦਰ ਯਾਨੀ ਕਿ ਮੇਰੇ ਦਾਦਾ ਜੀ ਦਾ ਜਦੋਂ ਵਿਆਹ ਹੋਇਆ ਤਾਂ ਉਹਨਾਂ ਕੋਲ ਘੋੜੀ ਵਾਸਤੇ 1 ਰੁਪਇਆ, ਘੋੜੀ ਦੇ ਕਿਰਾਇਆ ਦੇਣ ਵਾਸਤੇ 1 ਰੁਪਇਆ ਨਹੀਂ ਸੀ। ਠੀਕ ਹੈ ਜੀ। ਅਤੇ ਕਿਸੇ ਮਿੱਤਰ ਨੇ ਫਿਰ ਘੋੜੀ ਦਿੱਤੀ ਤਾਂ ਉਹਨੇ ਕਿਹਾ ਚਲੋ ਲੈ ਜਾਓ, ਮੇਰੇ ਵੱਲੋਂ ਗਿਫਟ ਹੈ ਅਤੇ ਘੋੜੀ ਲੈ ਜਾ, ਅਤੇ ਕੋਈ ਕਿਰਾਇਆ ਦੇਣ ਦੀ ਲੋੜ ਨਹੀਂ। ਅਤੇ ਘੋੜੀ 'ਤੇ ਉਹ ਬਹਿਣ ਵਾਲੇ ਹੀ ਸਨ ਕਿ ਸਾਡੇ ਪੜਦਾਦਾ ਜੀ ਸ਼੍ਰੀ ਰਾਮ ਚੰਦ ਜੀ, ਉਹ ਜਿਹੜੇ 80 ਸਾਲ ਦੇ ਸੀ, ਉਹ 75 ਸਾਲ ਦੇ ਸੀ। ਉਹ ਥੋੜ੍ਹੇ ਜਿਹੇ ਬਿਮਾਰ ਚੱਲ ਰਹੇ ਸੀ, ਕਹਿੰਦੇ ਨੇ ਬਰਾਤੇ ਤਾਂ ਮੈਂ ਵੀ ਜਾਣਾ ਹੈ। ਠੀਕ ਹੈ ਜੀ। ਅਤੇ ਬਜਾਏ ਪਿਤਾ ਜੀ ਦੇ, ਬਜਾਏ ਸਾਡੇ ਦਾਦਾ ਜੀ ਦੇ, ਉਹ ਫਿਰ ਸਾਡੇ ਪੜਦਾਦਾ ਜੀ ਘੋੜੀ ਉੱਤੇ ਬੈਠ ਕੇ ਦੁਲਹਨ ਦੇ ਘਰ, ਦਾਦੀ ਦੇ ਘਰ ਸਾਡੀ ਦੇ ਵਿਆਹਣ ਗਏ। ਇਹ ਗੱਲਾਂ ਸਾਰੀਆਂ ਜਿਹੜੀਆਂ ਨੇ ਸਾਡੇ ਪਿਤਾ ਜੀ ਨੂੰ ਸਾਡੀ ਦਾਦੀ ਜੀ ਨੇ ਦੱਸੀਆਂ। ਠੀਕ ਹੈ ਜੀ। ਹਾਂਜੀ। ਅਤੇ ਪਿਤਾ ਜੀ ਦਾ, ਦਾਦਾ ਜੀ ਦਾ, ਪਿਤਾ ਜੀ ਦਾ ਨਾਮ ਜੀ ਅਤੇ ਤੁਹਾਡਾ ਜਨਮ ਸਥਾਨ? ਮੇਰੇ ਦਾਦਾ ਜੀ ਦਾ ਨਾਂ ਸਰਦਾਰ ਹਾਕਮ ਸਿੰਘ ਸੀ ਅਤੇ ਮੇਰੇ ਦਾਦੀ ਜੀ ਦਾ ਨਾਂ ਸ਼੍ਰੀਮਤੀ ਲక్ష్ਮੀ ਦੇਵੀ, ਉਹ ਲਾਂਬਾ ਫੈਮਿਲੀ ਵਿੱਚੋਂ ਸੀ। ਅਸੀਂ ਮਾਣਾ ਫੈਮਿਲੀ ਹਾਂ। ਠੀਕ ਹੈ ਜੀ। ਅਤੇ ਮੇਰਾ ਨਾਮ ਪ੍ਰੀਤਮ ਸਿੰਘ ਮਾਣਾ ਹੈਗਾ ਅਤੇ ਮੇਰੇ ਪਿਤਾ ਜੀ ਨਾਮ ਸਰਦਾਰ ਸੰਤ ਸਿੰਘ। ਅਤੇ ਮੈਂ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਤੁਹਾਡਾ ਜਨਮ ਦੇ ਜਿਹੜੇ ਸਾਲ ਨੇ ਉਹ ਮੁਲਕ ਦੀ ਤਕਸੀਮ ਤੋਂ ਪਹਿਲੇ ਦੇ ਆ ਜੀ? ਹਾਂਜੀ। ਅਸਲ 'ਚ ਮੇਰੇ ਪਿਤਾ ਜੀ, ਮੇਰੇ ਦਾਦਾ ਜੀ ਦਾ ਵਿਆਹ ਜਿਹੜਾ ਜਿਸ ਤਰ੍ਹਾਂ ਕਿ ਮੇਰੀ ਦਾਦੀ ਜੀ ਨੇ ਕਲੀਅਰ ਕਰਨਾ ਜ਼ਰੂਰੀ ਹੈ ਕਿ ਮੇਰੀ ਦਾਦੀ ਜੀ ਨੇ ਦੱਸਿਆ, ਸਾਡੇ ਪਿਤਾ ਜੀ ਨੂੰ ਦੱਸਦੇ ਸਨ, ਤਾਂ ਉਹਨਾਂ ਅੱਗੇ ਮੈਨੂੰ ਪਾਸ ਔਨ ਕੀਤਾ ਕਿ ਉਹਨਾਂ 1893 ਵਿੱਚ ਮੇਰੇ ਦਾਦਾ ਜੀ ਦਾ ਵਿਆਹ ਹੋਇਆ ਅਤੇ 1898 ਵਿੱਚ ਮੇਰੇ ਪਿਤਾ ਜੀ ਦਾ ਜਨਮ ਹੋਇਆ। ਅਤੇ ਵਾਹਿਗੁਰੂ ਦਾ ਭਾਣਾ ਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ, 1901 ਵਿੱਚ ਉਹ ਅਕਾਲ ਚਲਾਣਾ ਕਰ ਗਏ ਅਤੇ ਮੇਰੇ ਪਿਤਾ ਜੀ ਉਦੋਂ 3 ਸਾਲ ਦੇ ਸਨ। ਠੀਕ ਹੈ ਜੀ। ਘਰ ਵਿੱਚ ਖਾਣ ਨੂੰ ਕੁਛ ਨਹੀਂ ਸੀ, ਬਿਲਕੁਲ। ਅੱਛਾ ਜੀ। ਬਿਲਕੁਲ ਖਾਲੀ ਸੀ, ਬਿਲਕੁਲ ਕੁਛ ਨਹੀਂ ਸੀ। ਅਤੇ ਪਤਾ ਨਹੀਂ ਸਾਡੀ ਦਾਦੀ ਜੀ ਨੂੰ ਫਿਕਰ ਸਤਾਉਣ ਲੱਗ ਗਈ ਕਿ ਹੁਣ ਬਣੇਗਾ ਕੀ। ਉਦੋਂ ਪਿਤਾ ਜੀ 3.5 ਸਾਲ ਦੇ ਸਨ ਅਤੇ ਕਿਸੇ ਤਰ੍ਹਾਂ ਉਹਨਾਂ ਨੇ ਉਸ ਤੋਂ ਬਾਅਦ 1901 ਵਿੱਚ ਉਹ ਪੂਰੇ ਹੋ ਗਏ। ਉਸ ਤੋਂ ਪਹਿਲੇ
ਦਾਦਾ ਜੀ ਦਾ 1893 ਵਿਆਹ ਹੋਇਆ ਸੀ ਤੇ 1894 'ਚ ਸਾਡੇ ਪੜਦਾਦਾ ਜੀ ਪੂਰੇ ਹੋ ਗਏ ਸਨ। ਉਹਨਾਂ ਦੇ ਫੁੱਲ ਉਹਨਾਂ 80 ਰੱਖ ਦਿੱਤੀਆਂ ਸਨ ਇੱਕ ਪਾਸੇ। ਫਿਰ 1901 ਵਿੱਚ ਸਾਡੇ ਦਾਦਾ ਜੀ ਦੀਆਂ 80 ਵੀ ਹੋ ਗਈਆਂ, ਹੁਣ 2 ਹੋ ਗਏ। ਤੇ ਫਿਰ ਸਾਡੀ ਦਾਦੀ ਜੀ ਨੇ ਘਰੋਂ ਖੇਸ ਵਗੈਰਾ ਵੇਚ ਕੇ ਤੇ ਸਮਾਨ ਵੇਚ ਕੇ ਇੱਧਰੋਂ ਉੱਧਰੋਂ ਫੜ ਕੇ ਤੇ ਉਹ ਫੁੱਲ ਜਿਹੜੇ ਨਾ ਆਪਣੇ ਦੇਵਰ ਸ਼੍ਰੀ ਮੁਸੱਦੀ ਲਾਲ ਜੀ ਯਾਨੀ ਮੇਰੇ ਪਿਤਾ ਜੀ ਦੇ ਚਾਚਾ ਜੀ ਨੂੰ ਫੁੱਲ ਲੈ ਕੇ ਤੇ ਹਰਿਦੁਆਰ ਭੇਜਿਆ। ਠੀਕ ਹੈ ਜੀ। ਉਹਨਾਂ ਕੋਲ ਇੰਨੇ ਪੈਸੇ ਵੀ ਨਹੀਂ ਸੀ ਕਿ ਉਹ ਟ੍ਰੇਨ ਮਲਕਵਾਲ ਤੋਂ ਪਕੜ ਸਕਦੇ। ਉਹ ਲਾਹੌਰ ਤੱਕ 200 ਕਿਲੋਮੀਟਰ ਪੈਦਲ ਆਏ। ਉੱਥੋਂ ਉਹਨਾਂ ਨੇ ਟ੍ਰੇਨ ਪਕੜੀ ਕਿਉਂਕਿ ਕਿਰਾਇਆ ਨਹੀਂ ਸੀ ਕੋਲ। ਉਹ ਫਿਰ ਹਰਿਦੁਆਰ ਪਹੁੰਚੇ। ਇਹ ਸਭ ਕੁਝ ਦਰਜ ਹੈ ਪੰਡਿਆਂ ਦੀ ਕਿਤਾਬਾਂ ਵਿੱਚ ਉੱਥੇ ਹਰਿਦੁਆਰ ਵਿੱਚ। ਫਿਰ ਤਾਂ ਜਿਹੜਾ ਤੁਹਾਡਾ ਪਿੰਡ ਸੀਗਾ ਜੀ, ਉਹ ਕਿਹੜਾ, ਜਿਹੜਾ ਤੁਹਾਡਾ ਬਰਥ ਸਥਾਨ ਹੈ ਜਨਮ? ਮੇਰੇ ਪਿਤਾ ਜੀ ਦਾ ਬਰਥ ਸਥਾਨ ਜਿਹੜਾ ਪੁੱਟਾ, ਜ਼ਿਲ੍ਹਾ ਗੁਜਰਾਤ। ਅੱਜ ਕੱਲ੍ਹ ਉਹ ਜ਼ਿਲ੍ਹਾ ਮੰਡੀ ਬਹਾਉਲਦੀਨ ਵਿੱਚ ਹੈ, ਤਹਿਸੀਲ ਫਾਲੀਆ ਵਿੱਚ। ਉੱਥੋਂ ਦਿਸਣ ਚਨਾਬ ਦੇ ਕਿਨਾਰੇ ਉੱਚਾ ਪਿੰਡ ਸੀ। ਬੜੀ ਗੁਰਬਤ ਸੀ, ਆਬਾਸ਼ੀ ਹੈ ਨਹੀਂ ਸੀ ਤੇ ਜਿਨਸਾਂ ਦੀ ਕੀਮਤਾਂ ਵੀ ਘੱਟ ਸਨ, ਇਸ ਵਾਸਤੇ ਗੁਰਬਤ ਬਹੁਤ ਜ਼ਿਆਦਾ ਸੀ। ਤੇ ਜਿਹੜਾ ਤੁਸੀਂ ਦੱਸਿਆ, ਕਿਉਂਕਿ ਹੁਣ ਉਹ ਏਰੀਆ ਮੌਜੂਦਾ ਪਾਕਿਸਤਾਨ ਦੇ ਵਿੱਚ ਆ ਗਿਆ, ਕੋਈ ਇੱਕ ਦੋ ਨੇੜੇ ਦੇ ਕੋਈ ਮਸ਼ਹੂਰ ਸ਼ਹਿਰ ਤੁਸੀਂ ਦੱਸ ਸਕਦੇ ਹੋ? ਤੁਹਾਡੇ ਪਿੰਡ ਦੇ ਨੇੜੇ ਕਿਹੜੇ ਪੈਂਦੇ ਸੀ? ਮੇਰੇ ਪਿੰਡ ਦੇ ਨੇੜੇ ਤੇ ਕਾਦਰਾਬਾਦ ਸੀ। ਅੱਛਾ, ਕਾਦਰਾਬਾਦ ਹੈ, ਹਾਫਸਾਬਾਦ ਹੈ। ਹਾਂਜੀ। ਤੇ ਮੰਡੀ ਬਹਾਉਲਦੀਨ ਵੀ ਨੇੜੇ ਹੀ ਸੀ, ਬਹੁਤ ਜ਼ਿਆਦਾ ਦੂਰ ਨਹੀਂ ਸੀ। ਮਲਕਵਾਲ ਸੀ, ਗੋਜਰਾ ਸੀ, ਇਹ ਸਾਰੇ ਆਸ-ਪਾਸ ਸੀ। ਲਾਹੌਰ, ਕਸੂਰ, ਇਹ ਕਿੰਨੀ ਦੂਰ ਪੈ ਜਾਂਦੀ ਸੀ? ਇਹ ਤਕਰੀਬਨ 200 ਕਿਲੋਮੀਟਰ ਸੀ, ਮਤਲਬ ਦੂਰ ਸੀ ਤੁਹਾਡੇ ਤੋਂ। ਹਾਂਜੀ। ਨਨਕਾਣਾ ਸਾਹਿਬ ਤੋਂ ਹੁੰਦੇ ਹੋਏ ਉਹ ਲਾਹੌਰ ਮਤਲਬ ਫਿਰ ਪੈਦਲ ਹੋ ਗਏ ਤੇ ਲਾਹੌਰ ਤੋਂ ਉਹਨਾਂ ਨੇ ਟ੍ਰੇਨ ਪਕੜੀ। ਠੀਕ ਜੀ, ਠੀਕ। ਫੁੱਲ ਪਰਵਾਨ ਵਾਸਤੇ। ਜਿਹੜਾ ਫਿਰ ਤੁਹਾਡੇ ਬਚਪਨ ਦਾ ਦਿਨ ਹੋਣੇ, ਉਹਦੇ ਵਿੱਚ ਤਾਂ ਬੜੇ ਮੁਸਲਮਾਨ ਬੱਚੇ ਤੁਹਾਡੇ ਮਿੱਤਰ ਹੋਣੇ। ਹਾਂ, ਉਸ ਤੋਂ ਬਾਅਦ ਫਿਰ ਮੈਂ ਵਿਚਕਾਰ ਗੱਲ ਛੱਡ ਗਿਆ ਕਿ ਫਿਰ ਉਹ ਡੋਮੈਸਟਿਕ ਸਰਵੈਂਟ ਦੇ ਤੌਰ 'ਤੇ ਉਹਨਾਂ ਨੇ 7 ਸਾਲ ਵਿੱਚ ਸਾਡੇ ਪਿਤਾ ਜੀ ਨੇ ਨੌਕਰੀ ਕੀਤੀ ਅਤੇ ਉੱਥੇ ਉਹ ਫਿਰ ਉਹ ਮਾਰ ਕੁਟਾਈ ਉਹ ਜ਼ਿਆਦਾ ਕਰਦੇ ਸਨ ਜਿਹੜੇ ਮਾਲਕ ਸਨ। ਉਸ ਤੋਂ ਬਾਅਦ ਉਹਨਾਂ ਨੇ 1921 ਵਿੱਚ ਫਿਰ ਉਹ ਸ਼ਿਫਟ ਕਰ ਗਏ ਇੱਧਰ ਰੁਕਣ ਮਲਕਵਾਲ ਦੇ ਨਾਲ। ਉਹਨਾਂ ਦਾ ਭੂਆ ਦਾ ਲੜਕਾ ਬਿਜ਼ਨਸ ਵਿੱਚ ਉਹਨਾਂ ਨੇ ਭੂਆ ਦੇ ਲੜਕੇ ਨੇ ਨਾਲ ਮਿਲਾ ਲਿਆ। ਠੀਕ ਹੈ ਜੀ। ਅਤੇ 1930 ਵਿੱਚ ਸਾਡੇ ਦਾਦਾ ਜੀ ਦਾ ਸਾਡੇ ਪਿਤਾ ਜੀ ਦਾ ਵਿਆਹ ਹੋਇਆ ਤੇ ਮੈਂ 24/9/1938 ਨੂੰ ਪੈਦਾ ਹੋਇਆ। 1939 ਤੱਕ ਸਭ ਕੁਝ ਠੀਕ ਚੱਲਦਾ ਰਿਹਾ, ਲੇਕਿਨ ਉਸ ਤੋਂ ਬਾਅਦ ਡਿਫਰੈਂਸਿਸ ਹੋਣ ਕਰਕੇ ਉਹਨਾਂ ਦੇ ਭੂਆ ਦੇ ਲੜਕੇ ਨੇ ਉਹਨਾਂ ਨੂੰ ਉੱਥੋਂ ਕੰਮ ਚੋਂ ਕੱਢ ਦਿੱਤਾ ਤੇ ਪਿਤਾ ਜੀ ਨੇ ਆਪਣਾ ਬਿਜ਼ਨਸ ਚਾਲੂ ਕਰ ਲਿਆ ਤੇ ਉਹ ਬੜਾ ਫੁੱਲਿਆ ਤੇ ਦੁਕਾਨਾਂ ਭਰੀਆਂ ਛੱਡ ਕੇ ਅਸੀਂ ਪਾਕਿਸਤਾਨ ਨੂੰ ਆਏ। ਠੀਕ ਹੈ। ਜਿਹੜਾ ਪ੍ਰੀਤਮ ਸਿੰਘ ਜੀ, ਇਹ ਦੱਸੋ ਕਿ ਵੰਡ ਤੋਂ ਪਹਿਲਾਂ ਅਸੀਂ ਪਹਿਲਾਂ ਵੀ ਇੱਕ ਦੋ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਉਹ ਦੌਰ ਵੇਖਿਆ। ਉਹ ਦੱਸਦੇ ਆ ਕਿ ਬੜਾ ਅਮਨ ਪਿਆਰ ਸੀ ਲੋਕਾਂ 'ਚ ਪਹਿਲਾਂ। ਵੰਡ ਤੋਂ ਪਹਿਲਾਂ ਇੱਕ ਦੂਜੇ ਦੇ ਘਰ ਆਉਣਾ ਜਾਣਾ ਵੀ ਸੀ ਤੇ ਇੱਕ ਦੂਜੇ ਦੇ ਰਸਮੋ ਰਵਾਇਤ ਦੇ ਵਿੱਚ ਵੀ ਉਹ ਜਾਂਦੇ ਸੀ, ਖੁਸ਼ੀ ਗਮੀ ਦੇ ਵਿੱਚ। ਐਸੇ ਤਰ੍ਹਾਂ ਜੀ ਗੱਲ? ਬਿਲਕੁਲ ਠੀਕ ਗੱਲ ਹੈ। ਮਤਲਬ ਇੰਨੇ ਫਨੈਟਿਕ ਨਹੀਂ ਸੀ, ਠੀਕ ਹੈ, ਲੇਕਿਨ ਉਹਨਾਂ ਨੇ ਸਾਡੇ ਤੇ ਕਈ ਦਬਾਅ ਨਹੀਂ ਪਿਆ। ਅਸੀਂ ਮਾਈਨੋਰਿਟੀ ਸੀ, ਉਸ ਪਿੰਡ ਵਿੱਚ ਵੀ ਮਾਈਨੋਰਿਟੀ ਸੀ, ਥੋੜ੍ਹੇ ਹਿੰਦੂ ਸਿੱਖ ਸੀ ਉੱਥੇ, ਲੇਕਿਨ ਕਦੀ ਸਾਨੂੰ ਮਹਿਸੂਸ ਨਹੀਂ ਹੋਇਆ ਕਿ ਅਸੀਂ ਇਹਨਾਂ ਦੇ ਅੰਡਰ ਪ੍ਰੈਸ਼ਰ ਹੈਗੇ ਹਾਂ ਤੇ ਕੋਈ ਦਿੱਕਤ ਨਹੀਂ, ਸਾਨੂੰ ਕੋਈ ਦਿੱਕਤ ਨਹੀਂ ਹੋਈ। ਮੇਰੇ ਯਾਰ ਦੋਸਤ ਮੁਸਲਮਾਨ ਸਨ, ਜੇ ਆਪਣਾ ਸਕੂਲ ਵਿੱਚ ਵੀ ਜਿਹੜੇ ਮੇਰੇ ਕਲਾਸ ਫੈਲੋ ਸਨ ਉਹ ਵੀ ਮੁਸਲਮਾਨ ਸੀ। ਨਾਮ ਕੋਈ ਇੱਕ ਦੋ ਦੇ ਯਾਦ ਹੈ ਮਿੱਤਰਾਂ ਦੇ? ਹਾਂ, ਅਸੀਂ 2 ਮੋਨੀਟਰ ਸੀ ਕਲਾਸ ਦੇ। ਵੱਡੇ ਦਾ ਨਾਮ ਅਨਵਰ ਬੇਗ ਸੀ, ਮੇਰੇ ਤੋਂ ਕਾਫੀ ਵੱਡਾ ਸੀ, 3-4 ਸਾਲ ਵੱਡਾ ਸੀ ਮੇਰੇ ਕੋਲੋਂ ਤੇ ਮੈਂ ਛੋਟਾ ਸੀ। ਤੇ ਮੇਰਾ ਨਾਮ ਪ੍ਰੀਤਮ ਸਿੰਘ ਤੇ ਅਸੀਂ ਦੋਨੋਂ ਮੋਨੀਟਰ ਸੀ। ਤੇ ਇੱਕ ਅਨਾਇਤ ਸੀ, ਇੱਕ ਅਨਵਰ ਬੇਗ ਤਾਂ ਮੈਂ ਤੁਹਾਨੂੰ ਦੱਸਿਆ ਹੀ ਹੈ, ਹੋਰ ਮੈਨੂੰ ਜ਼ਿਆਦਾ ਨਾਮ ਯਾਦ ਨਹੀਂ ਹੈਗਾ। ਤੇ ਤੁਹਾਡੇ ਹੈੱਡ ਮਾਸਟਰ ਸਾਹਿਬ ਦਾ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ, ਉਹਨਾਂ ਦਾ ਨਾਮ ਯਾਦ ਹੈ ਕੁਛ, ਜਿਨ੍ਹਾਂ ਨੇ ਕਿਹਾ ਸੀ ਕਿ ਹੁਣ ਪੁੱਤਰ ਛੁੱਟੀ ਹੋ ਗਈ ਹੈ ਸਕੂਲ 'ਚ, ਤੁਸੀਂ ਜਾਓ? ਮੇਰੇ ਹੈੱਡ ਮਾਸਟਰ ਨਹੀਂ ਸੀ ਉਹ ਮੇਰੇ ਟੀਚਰ ਸਨ। ਉਹਨਾਂ ਦਾ ਨਾਮ ਗੁਲਾਮ ਅਲੀ ਸੀ ਤੇ ਉਹ ਇੱਕ ਮੁਸੱਲੀ ਸੀ। ਅੱਛਾ ਜੀ। ਉਹ ਸਾਨੂੰ ਪੜ੍ਹਾਉਂਦੇ ਸੀ। ਉਹਨੇ ਸਾਨੂੰ ਬੁਲਾ ਕੇ ਕਿਹਾ ਸੀ ਕਿ ਜਾ ਕਾਕਾ, 1947 ਦੀ ਗੱਲ ਹੈ, ਮਈ ਵਿੱਚ। ਅੱਛਾ ਜੀ। ਕਿ ਉਹਨਾਂ ਨੇ ਕਿਹਾ ਜਾਓ ਛੁੱਟੀ ਕਰ ਜਾਓ। ਮੈਂ ਅਸੀਂ ਅਣਜਾਣ ਸਾਂ, ਅਸੀਂ ਮਤਲਬ ਡਿਟੈਚਡ ਸੀ ਫਰੋਮ ਪੋਲੀਟਿਕਸ ਕਿ ਸਾਨੂੰ ਨਹੀਂ ਸੀ ਪਤਾ ਕਿ ਛੁੱਟੀ ਕਿਉਂ ਹੋ ਰਹੀ ਹੈ, ਕੀ ਗੱਲ ਹੈ। ਬੈਕਗਰਾਊਂਡ ਇਹ ਸੀ ਕਿ ਉਦੋਂ ਇਹ ਸ਼ੁਰੂਆਤ ਹੋ ਚੁੱਕੀ ਸੀ ਰੌਲੇ ਦੀ। ਉਦੋਂ ਉਹ ਮੁੰਡੇ ਕਹਿੰਦੇ ਸਨ ਅਸੀਂ ਪਾਕਿਸਤਾਨ ਬਣੇਗਾ, ਮੁਸਲਮਾਨ ਮੁੰਡੇ ਕਹਿੰਦੇ ਸੀ ਤੇ ਮੈਂ ਕਹਿੰਦਾ ਸੀ
ਅਸੀਂ ਖਾਲਿਸਤਾਨ ਲਾਂਗੇ ਜੇ ਤੁਸੀਂ ਪਾਕਿਸਤਾਨ ਲਾਓਗੇ ਤੇ ਖਾਲਿਸਤਾਨ ਕਿ ਹਿੰਦੁਸਤਾਨ ਜੀ? ਖਾਲਿਸਤਾਨ। ਅੱਛਾ, ਖਾਲਿਸਤਾਨ। ਹਾਂਜੀ, ਉਹ ਮਤਲਬ ਚੜਾਵਾ ਟਿੱਪਾ ਜਿਸ ਤਰ੍ਹਾਂ ਹੁੰਦਾ ਨਾ, ਉਹਨਾਂ ਪਾਕਿਸਤਾਨ ਕਿਹਾ, ਅਸੀਂ ਖਾਲਿਸਤਾਨ ਕਿਹਾ। ਤਾਂ ਬਚਪਨ ਹੈ, ਠੀਕ ਹੈ ਜੀ। ਸਾਡੇ ਮੂੰਹ ਖਾਲਿਸਤਾਨ ਨਹੀਂ ਨਿਕਲਿਆ, ਅਸੀਂ ਖਾਲਿਸਤਾਨ ਲਾਂਗੇ। ਅੱਛਾ ਜੀ। ਹਾਂਜੀ। ਔਰ ਵਾਕਈ ਉਹ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਹੁਣ ਤਾਂ ਇੱਕ ਪ੍ਰੋਪਰ ਮੰਗ ਹੀ ਚੱਲ ਪਈ ਹੈ। ਉਦੋਂ ਇਹ ਲਫ਼ਜ਼ ਸੀ ਹਾਂ। ਖਾਲਿਸਤਾਨ, ਇਹ ਮੇਰੇ ਮੂੰਹ ਤੇ ਵੀ ਸੀ, ਅਸੀਂ ਖਾਲਿਸਤਾਨ ਮੰਗਾਂਗੇ ਜੇ ਤੁਸੀਂ ਪਾਕਿਸਤਾਨ ਮੰਗੋਗੇ। ਤੇ ਇਹ ਸਮਝ ਲਓਗੇ ਇੱਕ ਮਤਲਬ ਜਵਾਬ ਸੀ, ਉਹਨਾਂ ਦੀ ਗੱਲ ਦਾ ਜਵਾਬ ਸੀ। ਹਾਂ, ਮਤਲਬ ਪਰ ਮੈਨੂੰ ਇਹਦਾ ਰਿਪਰਕਸ਼ਨ ਨਹੀਂ ਸੀ ਪਤਾ ਇਹਦਾ ਕਿ ਪਾਕਿਸਤਾਨ ਦਾ ਕੀ ਰਿਪਰਕਸ਼ਨ ਹੈ ਤੇ ਖਾਲਿਸਤਾਨ ਦਾ ਕੀ ਰਿਪਰਕਸ਼ਨ ਹੈ। ਆ ਇੱਕ ਬਹੁਤ ਵੱਡੀ ਗੱਲ ਜਿਹੜੀ ਵੀਡੀਓ ਦੇ ਵਿੱਚ ਸਾਹਮਣੇ ਆਈ ਹੈ ਜੀ, ਕਿਉਂਕਿ ਅੱਜ ਇੱਕ ਇਸ ਤਰ੍ਹਾਂ ਦਾ ਮੁੱਦਾ ਬਣ ਗਿਆ ਖਾਸ ਕਰ ਪੰਜਾਬ ਦੇ ਵਿੱਚ, ਔਰ ਖਾਸ ਕਰ ਜਿਹੜੇ ਪੰਜਾਬੀ ਕੈਨੇਡਾ ਵਰਗੇ ਮੁਲਕਾਂ 'ਚ ਰਹਿੰਦੇ ਆ। ਕੁਝ ਲੋਕ ਕਹਿੰਦੇ ਆ ਜੀ ਇਹ ਤੁਸੀਂ ਨਵੀਂ ਕੋਈ ਗੱਲ ਕੱਢ ਲਿਆਏ ਹੋ, ਪਰ ਪ੍ਰੀਤਮ ਸਿੰਘ ਜੀ ਨੇ ਦੱਸਿਆ ਕਿ 47 ਦੇ ਜਿਹੜੇ ਵਰ੍ਹੇ ਸੀ ਉਦੋਂ ਵੀ ਇਹ ਸ਼ਬਦ ਜਿਹੜਾ ਹੋਂਦ ਦੇ ਵਿੱਚ ਸੀਗਾ। ਤੇ ਪਿੰਡ ਦੀ ਤੁਹਾਡੀ ਕੁੱਲ ਕਿੰਨੀ ਆਬਾਦੀ ਹੋਏਗੀ ਜੀ, ਜਿਹੜਾ ਤੁਹਾਡਾ ਜੱਦੀ ਪਿੰਡ ਹੈ? ਜੱਦੀ ਪਿੰਡ ਪੁੱਟਾ ਨੌ ਜਾਂ ਰੁਕਣ? ਨਹੀਂ, ਪੁੱਟਾ ਜੀ, ਪੁੱਟਾ ਨੌ ਦੀ ਹੋਏਗੀ ਆਬਾਦੀ 2000 ਹੋਏਗੀ ਤੇ 2000। ਉਹ 'ਚੋਂ ਹਿੰਦੂ ਸਿੱਖ ਪਰਿਵਾਰ ਕਿੰਨੇ ਸੀ? ਕੋਈ ਹਿੰਦੂ ਸਿੱਖ ਪਰਿਵਾਰ 50-50 ਸੀ। ਅੱਛਾ, ਤਕਰੀਬਨ 1000 ਦੇ ਕਰੀਬ ਹਿੰਦੂ ਸਿੱਖ ਸੀ ਤੇ 1000 ਦੇ ਕਰੀਬ ਮੁਸਲਮਾਨ ਸੀ। ਪਿੰਡ 'ਚ ਮੰਦਿਰ ਕੋਈ ਗੁਰਦੁਆਰਾ ਸਾਹਿਬ ਸੀ, ਮੰਦਿਰ ਨਹੀਂ ਸੀ। ਤੇ ਘਰ ਲੋਕਾਂ ਦੇ ਕੱਚੇ? ਘਰ ਕੱਚੇ ਸੀ, ਲੇਕਿਨ ਅਸੀਂ ਸੌਖੇ ਹੋ ਗਏ ਸੀ ਤੇ ਅਸੀਂ ਹੁਣ 1946 ਵਿੱਚ ਪੱਕਾ ਮਕਾਨ ਅਸੀਂ ਬਣਾ ਲਿਆ ਸੀ। ਬਾਕੀ ਜਿਹੜੇ ਸਾਡੇ ਬਾਕੀ ਹੋਰ ਮਾਣੇ ਸਨ, ਉਹਨਾਂ ਸਭ ਦੇ ਕੱਚੇ ਮਕਾਨ ਸੀ। ਤੇ ਇਹ ਕੋਈ ਯਾਦ ਹੈ ਵੀ ਜਿਹੜੀਆਂ ਮੁਸਲਮਾਨ ਪਰਿਵਾਰ ਸੀ ਕਿਹੜੀਆਂ ਕੌਮਾਂ ਆਬਾਦ ਸੀ? ਕਿਉਂਕਿ ਕਈ ਉਹਨਾਂ 'ਚ ਕੌਮਾਂ ਹੁੰਦੀਆਂ, ਮਲਕ, ਤੇਲੀ ਜਾਂ ਕੋਈ ਯਾਦ ਹੋਵੇ? ਬਹੁਤ ਜ਼ਿਆਦਾ ਯਾਦ ਨਹੀਂ ਹੈਗਾ, ਮੈਂ ਛੋਟਾ ਸੀ ਤੇ ਯਾਦ ਨਹੀਂ ਹੈਗਾ। ਹਿੰਦੂ ਸਿੱਖਾਂ ਦੇ ਕਿਹੜੇ ਘਰਾਣੇ ਆਬਾਦ ਸੀ? ਅਸੀਂ ਮਾਣੇ ਦੇ ਬਾਰੇ ਜ਼ਿਆਦਾ ਜਾਣਦੇ ਹਾਂ। ਜਾਂ ਛਤਵਾਲ ਸਨ, ਇੱਥੇ ਰੁਕਣ ਵਿੱਚ ਛਤਵਾਲ ਸਨ, ਮਾਣੇ ਸਨ, ਲਾਂਬੇ ਸਨ, ਸੁਨਿਆਰੇ ਵੀ ਸੀ ਤੇ ਭਰਾੜੇ ਵੀ ਸੀ। ਭਰਾੜਾ ਵੀ ਇੱਕ ਸਰਨੇਮ ਹੈ ਖੱਤਰੀਆਂ ਵਿੱਚ, ਉਹ ਵੀ ਰੁਕਣ ਦੀ ਗੱਲ ਕਰ ਰਿਹਾ ਮੈਂ। ਇਹ ਰੁਕਣ ਵਿੱਚ ਸੀ। ਠੀਕ ਹੈ। ਅੱਛਾ, ਜਿਹੜਾ ਤੁਸੀਂ ਦੱਸਿਆ ਕਿ ਜਿਹੜਾ ਪੁੱਟਾ ਪਿੰਡ ਹੈ, ਇਹਨੂੰ ਪੁੱਟਾ ਮਾਣਿਆਂ ਦਾ ਵੀ ਕਿਹਾ ਜਾਂਦਾ ਸੀ? ਪੁੱਟਾ ਮਾਣਿਆਂ ਦਾ ਹੀ ਕਿਹਾ ਜਾਂਦਾ ਸੀ। ਅੱਛਾ ਜੀ। ਅੱਜ ਕੱਲ ਉਹਦਾ ਨਾਮ ਪੁੱਟਾ ਨੌ ਹੋ ਗਿਆ। ਪੁੱਟਾ ਨੌ, NAU ਨੌ ਮੀਨਸ ਨਿਊ। ਤੇ ਮੌਜੂਦਾ ਤਹਿਸੀਲ ਉਹਦੀ ਤੇ ਜ਼ਿਲ੍ਹਾ ਕਿਹੜਾ ਜੀ? ਹੁਣ ਜ਼ਿਲ੍ਹਾ ਮੰਡੀ ਬਾਲਦੀ ਨੇ, ਤਹਿਸੀਲ ਉਹਦੀ ਫਾਲੀਆ। ਤਹਿਸੀਲ ਫਾਲੀਆ, ਠੀਕ ਹੈ ਜੀ। ਅੱਛਾ, ਫਿਰ ਜਦ ਖਬਰ ਸੁਣੀ ਕਿ ਤਕਸੀਮ ਮੁਲਕ ਹੋਣਾ ਤੇ ਵੀ ਜਾਣਾ ਪੈਣਾ, ਤੇ ਉਹ ਕਿਵੇਂ ਤੁਸੀਂ ਖਬਰ ਸੁਣੀ? ਮਤਲਬ ਕਿੱਥੋਂ ਪਤਾ ਲੱਗਿਆ ਤੁਹਾਨੂੰ ਕਿ ਹੁਣ ਜਾਣਾ ਪੈਣਾ? ਪਰਿਵਾਰ 'ਚ ਕੀ ਮਾਹੌਲ ਬਣ ਗਿਆ? ਮੈਂ ਤੇ ਬਹੁਤ ਛੋਟਾ ਸੀ, ਲੇਕਿਨ ਇੱਕਦਮ ਹੀ 10 ਅਗਸਤ ਦੇ ਨੇੜੇ ਤੇੜੇ ਲੁੱਟਮਾਰ ਸ਼ੁਰੂ ਹੋ ਗਈ। ਸਾਡੀਆਂ ਦੁਕਾਨਾਂ ਭਰੀਆਂ, ਦੁਕਾਨਾਂ ਤੋੜ ਦਿੱਤੀਆਂ ਗਈਆਂ, ਸਭ ਕੋਈ ਲੁੱਟ ਕੇ ਲੈ ਗਏ ਰਾਤੋਂ ਰਾਤ। ਅਸੀਂ ਮਤਲਬ ਬੱਚੇ ਅਸੀਂ ਰੁਲਦੇ ਫਿਰਦੇ ਇੱਧਰ ਉੱਧਰ ਧੱਕੇ ਖਾ ਰਹੇ ਹਾਂ। ਸਾਡੇ ਪਿਤਾ ਜੀ ਪਤਾ ਨਹੀਂ ਕਿੱਧਰ ਲੁੱਕੇ ਛਿਪੇ ਸਾਰੇ, ਕੋਈ ਪਤਾ ਨਹੀਂ, ਕੋਈ ਸੁਰਤ ਨਹੀਂ। ਲੇਕਿਨ ਬੱਚੇ ਸਾਂ, ਸਾਡੇ ਤੋਂ ਜ਼ਿਆਦਾ ਸਾਡੇ ਦਿਮਾਗ 'ਤੇ ਇਸ ਚੀਜ਼ ਦਾ ਕੋਈ ਅਸਰ ਨਹੀਂ ਹੋਇਆ। ਲੇਕਿਨ ਅਖੀਰ ਵਿੱਚ ਅਲਟੀਮੇਟਲੀ 12-13 ਅਗਸਤ ਨੂੰ ਮੁਸਲਮਾਨਾਂ ਵੱਲੋਂ ਇੱਕ ਸ਼ਰਤ ਰੱਖੀ ਗਈ, ਇੱਥੇ ਤੁਸੀਂ ਤਾਂ ਰਹਿ ਸਕਦੇ ਹੋ ਜਾਂ ਮੁਸਲਮਾਨ ਬਣੋ ਤੇ ਜਾਂ ਤੁਹਾਡਾ ਕਤਲ ਹੋਏਗਾ। ਅੱਛਾ ਜੀ। ਤੇ ਇਸ ਬੈਕਗਰਾਊਂਡ ਵਿੱਚ 13 ਅਗਸਤ ਨੂੰ ਉੱਥੇ ਗੁਰਦੁਆਰਾ ਸੀ ਇੱਕ, ਸਾਰੇ ਹਿੰਦੂ ਤੇ ਸਿੱਖ ਸਾਰੇ ਇੱਕੋ ਹੀ ਸਨ। ਹਿੰਦੂ ਸਿੱਖ ਕੋਈ ਹੈ ਨਹੀਂ ਸੀ ਅਲੱਗ। ਇਹ ਕਿਹੜੇ ਪਿੰਡ ਦੀ ਗੱਲ ਹੈ ਜੀ? ਇਹ ਰੁਕਣ ਦੀ ਗੱਲ ਹੈ। ਪੁੱਟਾ ਇੱਕ ਪਾਸੇ ਰਹਿ ਗਿਆ। ਠੀਕ ਹੈ ਜੀ। ਪੁੱਟਾ ਤੇ ਇਟ ਵਾਜ਼ ਐਨ ਅਨਨੋਨ ਪਲੇਸ ਫॉर ਮੀ, ਕਿਉਂਕਿ ਮੈਂ ਜੰਮਿਆ ਵੀ ਇੱਥੇ ਰੁਕਣ ਹੀ ਸਾਂ। ਅੱਛਾ, ਰੁਕਣ। ਪੁੱਟਾ ਤਾਂ ਜਿਹੜੀ ਸੀ ਮੇਰੀ ਥੋੜ੍ਹਾ ਜਿਹਾ ਨੇਟਿਵ ਪਲੇਸ ਆਫ ਮਾਈ ਐਨਸੈਸਟਰਸ ਸੀ। ਠੀਕ ਹੈ ਜੀ। ਪੁੱਟਾ ਮੇਰੇ ਵਾਸਤੇ ਸਟ੍ਰੇਂਜਰ ਜਗ੍ਹਾ ਸੀ। ਤੇ ਇੱਥੇ ਫਿਰ 13 ਅਗਸਤ ਨੂੰ ਇੱਥੇ ਗੁਰਦੁਆਰੇ ਵਿੱਚ ਇਕੱਠ ਹੋਇਆ ਸਾਰਿਆਂ ਦਾ, ਤੇ ਸਾਰਿਆਂ ਨੇ ਸਲਾਹ ਕੀਤੀ ਕਿ ਅਸੀਂ ਮਾਰ ਕੇ ਆਪਣੇ ਬੱਚਿਆਂ ਨੂੰ ਕਤਲ ਕਰਕੇ ਤੇ ਅਸੀਂ ਤੇ ਆਪ ਅਸੀਂ ਖੁਦਕੁਸ਼ੀ ਕਰਕੇ ਖੂਹ ਵਿੱਚ ਸੁੱਟ ਦਿਆਂਗੇ, ਲੇਕਿਨ ਮੁਸਲਮਾਨ ਨਹੀਂ ਬਣਾਂਗੇ ਅਸੀਂ। ਅੱਛਾ, ਬੱਚਿਆਂ ਨੂੰ ਉਹ ਕਹਿੰਦੇ ਅਸੀਂ ਖੂਹ 'ਚ ਸੁੱਟ ਦਿਆਂਗੇ? ਹਾਂ, ਨਹੀਂ, ਮਾਰ ਕੇ ਉਹਨਾਂ ਨੂੰ ਤੇ ਆਪ ਅਸੀਂ ਖੂਹ ਵਿੱਚ ਛਾਲ ਮਾਰ ਜਾਵਾਂਗੇ ਇਹਨਾਂ ਨੂੰ ਕਤਲ ਕਰਕੇ। ਤੇ ਸਾਰਾ ਦਿਨ ਸਵੇਰੇ ਤੋਂ ਲੈ ਕੇ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬਸ ਅੰਦਰ ਜੈਕਾਰੇ ਹੀ ਬੋਲੇ ਜਾਂਦੇ ਰਹੇ। ਗੁਰੂ ਗ੍ਰੰਥ ਸਾਹਿਬ ਦੇ ਆਸ-ਪਾਸ ਬੋਲੇ ਸੋ ਨਿਹਾਲ, ਤਲਵਾਰ ਮੋਢੇ 'ਤੇ ਰੱਖ ਕੇ। ਤੇ ਸਾਰੇ ਪਰੇਸ਼ਾਨ ਸਨ, ਘਬਰਾਏ ਹੋਏ ਸਨ। ਲੇਕਿਨ ਜਿਹੜੀ ਬਾਹਰ ਇੱਕ ਸਰਦਾਰਨੀ ਮੇਰੇ ਕੋਲ ਬੈਠੀ ਸੀ, ਉਹਦੇ 4 ਪੁੱਤਰ ਸਨ ਸਰਦਾਰ, ਉਹ ਬੜੀ ਕਾਹਲੀ ਸੀ। ਉਹ ਕਹਿੰਦੀ ਸੀ ਕਾਰਵਾਈ ਤੁਸੀਂ ਸ਼ੁਰੂ ਕਿਉਂ ਨਹੀਂ ਕਰ ਰਹੇ?
ਤੇ ਉਹਨੇ ਇੱਕ ਦੋ ਵਾਰੀ ਮਿੱਟੀ ਦਾ ਤੇਲ ਪਾਇਆ ਆਪਣੇ ਉੱਤੇ, ਲੇਕਿਨ ਮਾਚਿਸ ਨਹੀਂ ਜਲੀ। ਆਖਿਰ 'ਚ 2 ਵਜੇ ਇੱਕ ਸਾਡੇ ਐਕਸ ਹੈਡ ਮਾਸਟਰ ਸੀ ਸਕੂਲ ਦਾ, ਰਾਮ ਲਾਲ ਸ਼ਰਮਾ, ਉਹ ਆਇਆ। ਫਿਰ ਉਹਨੇ ਫਿਰ ਸਾਰਿਆਂ ਨੂੰ ਸਮਝਾਇਆ ਬੁਝਾਇਆ ਕਿ ਕਤਲੋ ਗਾਰਤ ਤੇ ਖੂਨ ਖਰਾਬਾ ਨਾ ਕਰੋ। ਠੀਕ ਹੈ ਜੀ। ਇਹ ਗੀਤਾ 'ਚ ਵੀ ਲਿਖਿਆ ਕਿ ਖੁਦਕੁਸ਼ੀ ਜੁਰਮ ਹੈ। ਠੀਕ ਹੈ ਜੀ। ਇਹ ਕੁੜੀਆਂ ਦਾ ਮਤਲਬ ਬੜਾ ਵੱਡਾ ਗੁਨਾਹ ਹੈ ਕੁੜੀਆਂ ਦਾ ਕਤਲ ਕਰਨਾ। ਤੇ ਅਸੀਂ 2-4 ਦਿਨ ਕੰਪਰੋਮਾਈਜ਼ ਕਰ ਲਓ। ਸੋ ਸਾਨੂੰ ਘਸੀਟ ਕੇ ਲੈ ਗਏ। ਸਾਡੇ ਪਿਤਾ ਜੀ ਰੋਂਦੇ ਟਰੋਂਦੇ ਡਿੱਗਦੇ ਟਹਿੰਦੇ ਮਸਜਿਦ 'ਚ ਜਾ ਕੇ ਕਲਮਾ ਪੜ੍ਹ ਆਏ। ਠੀਕ ਹੈ ਜੀ। ਤੇ ਇਨ ਦੀ ਮੀਨ ਮੈਂ ਤੇ ਉਹ ਜਿਹੜੀ ਸਰਦਾਰਨੀ ਸੀ, ਅਸੀਂ ਪਿੱਛੇ ਰਹਿ ਗਏ, ਬਾਕੀ ਸਾਰੇ ਚਲੇ ਗਏ। ਮੈਨੂੰ ਨਹੀਂ ਨਾਲ ਕੋਈ ਲੈ ਗਿਆ। ਠੀਕ ਹੈ ਮਸਜਿਦ ਵਿੱਚ। ਠੀਕ ਹੈ ਜੀ। ਤੇ ਮੈਂ ਵੇਖਿਆ ਕਿ ਉਹਨੇ ਚਸ਼ਮਾ ਲਾ ਕੇ ਇਸ ਤਰ੍ਹਾਂ ਅਣੀ ਉੱਤੇ ਖੂਹ ਦੀ ਅਣੀ ਤੇ ਇਸ ਤਰ੍ਹਾਂ ਚਸ਼ਮਾ ਲਾ ਕੇ ਰੱਖ ਦਿੱਤਾ ਤੇ ਮੇਰੇ ਸਾਹਮਣੇ ਵੇਖਦਿਆਂ ਖੂਹ ਛਾਲ ਮਾਰ ਗਈ। ਠੀਕ ਹੈ ਜੀ। ਉਹ ਬੜੀ ਜ਼ੋਰ ਦੀ ਆਵਾਜ਼ ਹੋਈ ਗਲੀ ਵਿੱਚ ਤੇ ਮੁਸਲਮਾਨੀਆਂ ਔਰਤਾਂ ਤੇ ਮਰਦ ਉੱਤੇ ਦੌੜੇ ਆਏ। ਉਹਨਾਂ ਵੇਖਿਆ ਛਾਲ ਮਾਰ ਗਈ ਤੇ ਉਹਨਾਂ ਫਿਰ ਸੰਗਲੀ ਲਟਕਾਈ ਖੂਹ ਵਿੱਚ। ਨਾ ਉਹਨੇ ਫੜਨੀ ਸੀ ਨਾ ਫੜੀ। ਕਿਸੇ ਨੇ ਕਿਹਾ ਕਿ ਫੜ ਲਓ, ਤੇ ਇੱਕ ਹੋਰ ਨੇ ਕਿ ਜੇ ਫੜਨੀ ਹੁੰਦੀ ਤੇ ਜਾਂਦੀ ਨਾ। ਆਖਿਰ 'ਚ ਉਹਦੀ ਲਾਸ਼ ਤੈਰ ਆਈ। ਤੇ ਸਾਡੇ ਪਿਤਾ ਜੀ ਥੋੜ੍ਹੀ ਦੇਰ ਬਾਅਦ ਸਾਡੇ ਪਿਤਾ ਜੀ ਆ ਗਏ, ਬੜੇ ਰੋ ਰਹੇ ਸਨ। ਉਹਨਾਂ ਦੇ ਅੱਖਾਂ 'ਚ ਇਸ ਤਰ੍ਹਾਂ ਜੇ ਕਿ ਖੂਨ ਚੋਣ ਲੱਗ ਪੈਣਾ। ਪਾਗਲ ਹੋ ਗਏ ਮੇਰੇ ਪਿਤਾ ਜੀ। ਇਸ ਤਰ੍ਹਾਂ ਲੱਗਦਾ ਜਿਹੜਾ ਬੰਦਾ ਸਾਹਮਣੇ ਆਵੇ ਜੱਫਾ ਮਾਰ ਕੇ ਰੋਣ ਲੱਗ ਪੈਣ। ਉਹ ਇਹ ਸ਼ਖਸ ਹਨ ਪਿਤਾ ਜੀ ਕਿ ਉਹਨਾਂ ਨੇ ਇੱਕ ਵਾਰ ਚੋਟ ਲੱਗੀ ਸੀ ਤੇ ਟ੍ਰਿਮਿੰਗ ਵਾਸਤੇ ਕਿਹਾ ਗਿਆ ਸੀ। ਉਹਨਾਂ ਟ੍ਰਿਮਿੰਗ ਨਹੀਂ ਕਰਾਈ ਦਾੜੀ ਦੀ। ਮੈਂ ਕਹਿੰਦਾ ਇਲਾਜ ਨਹੀਂ ਕਰਾਉਣਾ, ਲੇਕਿਨ ਐਡੀ ਮਜਬੂਰੀ, ਐਸੇ ਔਖੇ ਆ ਗਏ ਦਿਨ ਕਿ ਉਹਨਾਂ ਨੂੰ ਇਹਨੂੰ ਐਕਸੈਪਟ ਕਰਨਾ ਪਿਆ। ਉਸ ਤੋਂ ਬਾਅਦ ਫਿਰ ਘਰ ਵਿੱਚ ਫਿਰ ਵੀ ਉਹ ਘਰ ਵਿੱਚ ਗੁਰਬਾਣੀ ਦਾ ਪਾਠ 4-5 ਦਿਨ ਅਸੀਂ ਉਸ ਤੋਂ ਬਾਅਦ ਰਹੇ ਉੱਥੇ। ਅੱਛਾ ਜੀ। ਤੇ ਘਰ ਵਿੱਚ ਗੁਰਬਾਣੀ ਦਾ ਪਾਠ ਤੇ ਸਾਨੂੰ ਵੀ ਪਾਠ ਤਾਤੀ ਵਾਹ ਨਾ ਲਾਗੇ ਪਾਰ ਬ੍ਰਹਮ ਸਰਨਾਏ ਗੁਰ ਸਰਨ ਲੱਗ ਗੁਰੂ ਹਾਂਜੀ ਸ਼ਬਦ ਗੁਰਬਾਣੀ ਦੇ ਸ਼ਬਦ ਹੈ। ਇਹ ਸਾਨੂੰ ਕਿਹਾ ਕਿ ਤੁਸੀਂ ਜਾਪ ਕੀਤਾ ਕਰੋ ਦਿਨ ਰਾਤ, ਵਾਹਿਗੁਰੂ ਰੱਖਿਆ ਕਰਨਗੇ। ਤੇ 3-4 ਦਿਨ ਅਸੀਂ ਰਹੇ। ਉਸ ਤੋਂ ਬਾਅਦ ਮਿਲਟਰੀ ਦਾ ਟਰੱਕ ਆ ਗਿਆ, ਲੇਕਿਨ ਸਾਨੂੰ ਸਾਡੇ ਪੜੋਸੀ ਨੇ ਮੁਸਲਮਾਨ ਨੇ ਹੀ ਬਚਾਇਆ, ਜਿਹੜਾ ਸਾਡੇ ਸਹੀ ਉਹ ਵੀ ਮੈਨੂੰ ਕਿੱਸਾ ਦੱਸੋ। ਅੱਛਾ ਇਹ ਦੱਸੋ ਕਿ ਜਦੋਂ ਤੁਸੀਂ ਇਸਲਾਮ ਕਬੂਲ ਕਰ ਲਿਆ ਫਿਰ ਵੀ ਆ ਗਿਆ ਮਿਲਟਰੀ ਕਿ ਤੁਹਾਨੂੰ ਜਾਣਾ ਪੈਣਾ? ਫਿਰ ਤੇ ਉਹ ਤੇ ਪ੍ਰੋਗਰਾਮ ਹੈ ਹੀ ਸੀ। ਅੱਛਾ। ਉਹ ਤੇ ਪ੍ਰੋਗਰਾਮ ਗਵਰਨਮੈਂਟ ਆਫ ਇੰਡੀਆ ਦਾ ਹੈ ਸੀ, ਜਿਹੜੇ ਫੋਰਸੀਬਲੀ ਬਣਾਏ ਗਏ ਨੇ ਜਾਂ ਕੁਛ ਬਣਾਏ ਗਏ ਨੇ। ਇਟ ਵਾਜ਼ ਨਾਟ ਫਾਈਨਲ। ਹਾਂ ਵੀ ਇਹਨਾਂ ਨੂੰ ਹਿੰਦੁਸਤਾਨ ਭੇਜਿਆ ਜਾਵੇ। ਹਾਂ ਇਟ ਵਾਜ਼ ਨਾਟ ਫਾਈਨਲ। ਜਿਹੜੇ ਜਾਣਾ ਚਾਹੁੰਦੇ ਨੇ ਮਿਲਟਰੀ ਦੇ ਟਰੱਕ ਭੇਜੇ ਇਸ ਵਾਸਤੇ ਸਨ। ਜਿਹੜੇ ਨਹੀਂ ਰਹਿਣਾ ਚਾਹੁੰਦੇ ਉਹ ਸਾਨੂੰ ਉਹ ਬਿਠਾ ਕੇ ਲੈ ਗਏ। ਤੇ ਸਾਡੇ ਪੜੋਸ ਦੀ ਜਿਹੜੀ ਬੜੀ ਖੁਸ਼ ਹੋਈ ਜਿਸ ਵਕਤ ਅਸੀਂ ਇਸਲਾਮ ਕਬੂਲ ਕੀਤਾ, ਉਹਦੀ ਬੀਵੀ ਸਹੀ ਤੱਬੇ ਸੀ ਤੇ ਸਾਡੇ ਘਰ ਆ ਗਈ। ਅਸੀਂ ਉਹਨਾਂ ਦੇ ਹੱਥ ਲੱਗਿਆ ਆ, ਰੋਟੀ ਨਹੀਂ ਸਿਖਾਉਂਦੇ ਕਦੀ। ਅੱਛਾ। ਲੇਕਿਨ ਤੰਦੂਰ ਤਾਣ ਆ ਗਈ ਸਾਡੇ ਘਰ ਤੋਂ ਉਹਨੂੰ ਗੁੱਤੋਂ ਫਾੜ ਕੇ ਘਰ ਲੈ ਗਿਆ ਕਿ ਰੱਬ ਦੇ ਮਾਰੇ ਵੈਸੇ ਨੇ ਤੂੰ ਉਹਨਾਂ ਨੂੰ ਕਿਉਂ ਪਰੇਸ਼ਾਨ ਕਰਦਾ। ਇਹ ਤੁਹਾਡਾ ਪੜੋਸੀ ਮੁਸਲਮਾਨ ਸੀ? ਹਾਂ ਮੁਸਲਮਾਨ ਸੀ। ਕੀ ਪੂਰਾ ਨਾਮ ਕੀ ਹੈ ਇਹਦਾ ਜੀ? ਸਈਦ ਤੱਬਾ। ਸਈਦ ਤੱਬਾ। ਠੀਕ ਹੈ ਜੀ। ਹਾਂ। ਅੱਛਾ। ਤੇ ਉਹ ਬੜਾ ਹੈਲਪਫੁਲ ਸੀ। ਉਹ ਉਹਨੂੰ ਗੁੱਤ ਫਾੜ ਕੇ ਤੇ ਥੱਪੜ ਮਾਰ ਕੇ ਘਰ ਲੈ ਗਿਆ ਕਿ ਇਹਨਾਂ ਨੂੰ ਨਾ ਸਤਾ, ਕਿ ਮੈਨੂੰ ਪਤਾ ਕਿ ਮੁਸਲਮਾਨ ਦਿਲੋਂ ਨਹੀਂ ਹੋਏ ਤੇ ਇਸ ਵਾਸਤੇ ਤੰਗ ਨਾ ਕਰ। ਉਹ ਫਿਰ ਚਲੀ ਗਈ। ਫਿਰ 4 ਦਿਨ ਬਾਅਦ ਮਿਲਟਰੀ ਦਾ ਟਰੱਕ ਆ ਗਿਆ ਤੇ ਅਸੀਂ ਚੜ੍ਹਨ ਲੱਗੇ ਤੇ ਲੋਕ ਸਾਰੇ ਮੁਸਲਮਾਨ, ਬੜੇ ਮੁਸਲਮਾਨ ਸਾਨੂੰ ਛਵੀਆਂ ਤੇ ਕੁਹਾੜੀਆਂ ਲੈ ਕੇ ਸਾਨੂੰ ਮਾਰਨ ਦੌੜੇ, ਲੇਕਿਨ ਇਸ ਸਹੀ ਦੱਬੇ ਨੇ ਸਾਨੂੰ ਬਲਮ ਅੱਗੇ ਲੱਗ ਕੇ ਬਚਾਇਆ ਤੇ ਸਾਨੂੰ ਟਰੱਕ 'ਚ ਬਿਠਾਤਾ ਤੇ ਸਾਨੂੰ ਮੰਡੀ ਬਹਾਉਲਦੀਨ ਇੱਕ ਕਾਟਨ ਮਿਲ ਵਿੱਚ ਉਤਾਰ ਦਿੱਤਾ ਗਿਆ। ਮਤਲਬ ਇੱਕ ਸੱਚੇ ਮੁਸਲਮਾਨ ਦੀ ਉਸ ਬੰਦੇ ਨੇ ਮਿਸਾਲ ਪੇਸ਼ ਕੀਤੀ ਤੇ ਸਾਡੇ ਪਿਤਾ ਜੀ ਨੇ ਉਹਨੂੰ ਮਤਲਬ ਨਿਕਲਦੀ ਵਾਰੀ ਉਹਨੂੰ ਸਾਰਾ ਸਟੋਰ ਜਿਹੜਾ ਘਰ ਵਿੱਚ ਸਟੋਰ ਪਿਆ ਸੀ ਦੁਕਾਨ ਦਾ ਉਹਦੇ ਹਵਾਲੇ ਕਰ ਗਏ ਕਿ ਅਸੀਂ ਤੇ ਜਾ ਹੀ ਰਹੇ ਹਾਂ ਤੇ ਤੂੰ ਫਟਾਫਟ ਸੰਭਾਲ ਲੈ। ਉਹਨੇ ਫਿਰ ਸ਼ਾਮ ਨੂੰ ਸੰਭਾਲਿਆ, ਨਹੀਂ ਸੰਭਾਲਿਆ ਸਾਨੂੰ ਨਹੀਂ ਪਤਾ ਤੇ ਅਸੀਂ ਆ ਗਏ। ਅੱਛਾ। ਫਿਰ ਇਹ ਵੀ ਮੈਨੂੰ ਸੁਣਨ ਦੇ ਵਿੱਚ ਆਇਆ, ਕਿਉਂਕਿ ਮੈਂ ਕੁਝ ਦਿਨਾਂ ਤੋਂ ਜਦੋਂ ਤੁਹਾਡੇ ਨਾਲ ਮੁਲਾਕਾਤ ਕਰਨੀ ਸੀ, ਕਿ ਜਦੋਂ ਤੁਸੀਂ ਟਰੱਕ ਦੇ ਵਿੱਚ ਚੜ੍ਹੇ ਹੋ ਕਿ ਉਸ ਵਕਤ ਜਿਹੜੀ ਮਿਲਟਰੀ ਸੀ ਉਹਨਾਂ ਨੇ ਕੁਝ ਤੁਹਾਡੇ ਤੋਂ ਪੈਸਿਆਂ ਦੀ ਮੰਗ। ਅਸੀਂ ਬੈਠੇ ਹੀ ਸੀ, ਸਹੀ ਤੱਬਾ ਵਗੈਰਾ ਉਹ ਪਿੱਛੇ ਚਲੇ ਗਏ ਤੇ ਸਿਰਫ 10 ਗਜ਼ ਚਲੀ ਟਰੱਕ ਚੱਲਿਆ ਤੇ ਬਲੋਚ ਮਿਲਟਰੀ ਸੀ। ਉਹਨਾਂ ਨੇ ਕਿਹਾ ਜੀ 10-10 ਰੁਪਏ ਸਾਰੇ ਦਿਓ। ਤੇ ਕਈ ਵਿਚਾਰੇ ਮਜਬੂਰ ਸਨ, ਕਈਆਂ ਨੇ ਸੋਨਾ ਦਿੱਤਾ, ਕਈਆਂ ਨੇ ਅੰਗੂਠੀਆਂ ਲਗਾ ਕੇ ਦਿੱਤੀਆਂ ਤੇ ਤਾਂ ਉਹ ਮੰਡੀ ਬਹਾਉਲਦੀਨ ਟਰੱਕ ਚੱਲਿਆ। ਉਹਨੇ 10 ਗਜ਼ ਉਸ ਤੋਂ ਬਾਅਦ ਫਿਰ ਸਾਨੂੰ ਮੰਡੀ ਬਹਾਉਲਦੀਨ ਇੱਕ ਕਾਟਨ ਮਿਲ ਵਿੱਚ ਸੁੱਟ ਦਿੱਤਾ ਗਿਆ। ਉੱਥੇ ਨਾ ਰੋਟੀ ਨਾ ਪਾਣੀ
ਕੁਛ ਨਹੀਂ ਸੀ ਸਾਡੇ ਕੋਲ, ਭੁੱਖੇ ਅਸੀਂ ਬਿਲਕੁਲ। ਗੁਰਦੁਆਰੇ ਲੰਗਰ ਸੀ, ਉੱਥੋਂ ਇੱਕ ਫੁਲਕਾ ਮਿਲਦਾ ਸੀ, ਉਹਦੇ ਤੇ ਪਿਤਾ ਜੀ ਅਗਰ ਬਾਜ਼ਾਰ ਲੈਣ ਜਾਂਦੇ ਸੀ ਆਟਾ ਜਾਂ ਕਣਕ ਤੇ ਮਾਰ ਕੁੱਟ ਖਾ ਕੇ ਆ ਜਾਂਦੇ ਸੀ, ਤੇ ਰੇਤ ਨਾਲ ਲੈ ਆਉਂਦੇ ਸੀ ਸੇਕ ਕਰਨ ਵਾਸਤੇ। ਤੇ ਇਸ ਤਰ੍ਹਾਂ ਦੀ ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਮਹੀਨੇ ਬਾਅਦ ਫਿਰ ਸਾਨੂੰ ਉੱਥੋਂ ਟ੍ਰੇਨ ਮਿਲੀ। ਗੋਰਖਾ ਮਿਲਟਰੀ ਸਾਡੇ ਨਾਲ ਸੀ, ਸਾਡੀ ਸਿਕਿਉਰਿਟੀ ਵਾਸਤੇ ਦੋਨੋਂ ਤਰਫ ਘੋੜਿਆਂ ਉੱਤੇ ਗੋਰਖਾ ਮਿਲਟਰੀ ਸਾਡੀ ਰਕਸ਼ਾ ਕਰ ਰਹੀ ਸੀ। ਗੋਰਖਾ ਮਿਲਟਰੀ, ਠੀਕ ਹੈ ਜੀ। ਉਹਨਾਂ ਨੇ ਨੇੜੇ ਨਹੀਂ ਕਿਸੇ ਨੂੰ ਆਉਣ ਦਿੱਤਾ। ਨਹੀਂ, ਇਹ ਗੋਰਖਾ ਮਿਲਟਰੀ ਹਿੰਦੁਸਤਾਨ ਦੀ ਨਵੇਂ ਨੈਚੁਰਲੀ ਉਹ ਤਾਂ ਫਿਰ ਹਿੰਦੁਸਤਾਨ ਪਾਕਿਸਤਾਨ ਉਸੇ ਲਈ ਜਿਹੜੀ ਵੀ ਮਿਲਟਰੀ ਸੀ, ਕੋਈ ਨਹੀਂ ਸੀ ਕਹਿ ਸਕਦਾ ਤੂੰ ਗੋਰਖਾ ਮਿਲਟਰੀ ਕਿਉਂ ਲਾਈ ਹੈ। ਗੋਰਖਾ ਮਿਲਟਰੀ ਨਹੀਂ, ਮੈਂ ਇਹ ਪੁੱਛ ਰਿਹਾ ਜੀ ਕਿ ਜਿਹੜੀ ਉਹ ਗੋਰਖਾ ਮਿਲਟਰੀ ਸੀ, ਉਹ ਜਿਹੜਾ ਨਵਾਂ ਮੁਲਕ ਪਾਕਿਸਤਾਨ ਬਣ ਗਿਆ, ਉੱਥੋਂ ਹੀ ਲੱਗੀ ਕਿ ਹਿੰਦੁਸਤਾਨ ਦੀ ਹੱਦ ਤੇ ਆ ਕੇ ਚੇਂਜ ਹੋਈ? ਨਹੀਂ, ਉੱਥੋਂ ਹੀ ਸਾਨੂੰ ਲੱਗੀ ਮੰਡੀ ਬਾਵਲਦੀਨ ਤੋਂ। ਮੰਡੀ ਬਾਵਲਦੀਨ ਤੋਂ ਇਟ ਵਾਸ ਆਲ ਅਲਾਉਡ ਕਿ ਹਿੰਦੂ ਮਿਲਟਰੀ ਹੋਏ। ਉਸ ਵਕਤ ਮਿਲਟਰੀ ਕਾਮਨ ਸੀ ਹਾਲੇ। ਅੱਛਾ, ਮਿਲਟਰੀ ਕਾਮਨ ਸੀ, ਮਿਲਟਰੀ ਹਾਲੇ ਕਾਮਨ ਸੀ, ਮਿਲਟਰੀ ਦੀ ਵੰਡ ਨਹੀਂ ਸੀ ਹੋਈ। ਤੇ ਜਿਹੜੀ ਮਿਲਟਰੀ ਤੁਹਾਨੂੰ ਚਾਹੀਦੀ ਉਹਦੀ ਵੰਡ ਉਹਨੂੰ ਯੂਜ਼ ਕਰ ਲਓ। ਤੇ ਗੋਰਖਾ ਮਿਲਟਰੀ ਖੁਸ਼ਕਿਸਮਤੀ ਨਾਲ ਸਾਨੂੰ ਮਿਲੀ। ਤੇ ਨਹੀਂ ਤੇ ਰਸਤੇ ਵਿੱਚ ਸਾਨੂੰ ਬੜੇ ਮਾਰਨ ਕੱਟਣ ਵਾਲੇ ਅਸੀਂ ਆਸ-ਪਾਸ ਦੇਖੇ, ਬੜੇ ਖੜੇ ਸਨ, ਤਿਆਰ ਖੜੇ ਸਨ, ਲੇਕਿਨ ਗੋਰਖਾ ਮਿਲਟਰੀ ਨੇ ਬੰਦੂਕਾਂ ਕੱਢ ਲਈਆਂ ਤੇ ਉਹ ਸਾਰੇ ਨਸ ਗਏ ਉਹਨਾਂ ਨੂੰ ਵੇਖ ਕੇ। ਤੇ ਅਸੀਂ ਜਲੰਧਰ ਫਿਰ ਅਸੀਂ ਉਸੇ ਉਤਰੇ। ਵਾਇਆ ਕਿੱਧਰ ਦੀ, ਪੂਰਾ ਸਫ਼ਰ ਕਿੱਧਰ ਦੀ ਆਏ ਤੁਸੀਂ? ਬਹਾਵਲਦੀਨ ਤੋਂ ਅਸੀਂ ਲਾਲਾ ਮੂਸਾ ਤੋਂ ਹੁੰਦੇ ਹੋਏ ਮੰਡੀ ਬਹਾਵਲਦੀਨ ਤੋਂ ਲਾਲਾ ਮੂਸਾ ਤੋਂ ਬਾਅਦ ਫਿਰ ਅਸੀਂ ਟ੍ਰੇਨ ਦੇ ਵਿੱਚ, ਸਾਨੂੰ ਪਿਤਾ ਜੀ ਨੇ ਉਹ ਜਿਹੜੇ ਸ਼ਟਰ ਸਨ ਬੰਦ ਕਰ ਦਿੱਤੇ, ਉਹਨਾਂ ਨੂੰ ਬਾਹਰ ਨੇ ਸਾਨੂੰ ਤੱਕਣ ਦਿੱਤਾ। ਫਿਰ ਤੁਸੀਂ ਜਲੰਧਰ ਸੀ ਉਤਰੇ। ਤੇ ਫਿਰ ਜਲੰਧਰ ਆ ਕੇ ਉਹਨਾਂ ਨੇ ਦੱਸਿਆ ਕਿ ਹੁਣ ਤੁਸੀਂ ਹਿੰਦੁਸਤਾਨ ਆ ਗਏ ਆ? ਹਾਂ, ਸਾਨੂੰ ਪਤਾ ਲੱਗ ਗਿਆ ਕਿ ਹਿੰਦੁਸਤਾਨ ਆ ਗਏ ਆ। ਤੇ ਇੱਕ ਖਾਲੀ ਮਕਾਨ ਪਿਆ ਸੀ, ਅਸੀਂ ਸਾਫ਼ ਸੂਫ ਕੀਤਾ। ਲੇਕਿਨ ਇਨ ਦੀ ਮੀਨ ਟਾਈਮ ਸਾਨੂੰ ਪਤਾ ਲੱਗਾ ਕਿ ਇੱਥੇ ਕੈਂਪ ਖਾਲਸਾ ਕਾਲਜ ਜਲੰਧਰ ਵਿੱਚ ਰਿਫਿਊਜੀ ਕੈਂਪ ਹੈ, ਤਾਂ ਉੱਥੇ ਰੋਟੀ ਰੱਜ ਕੇ ਮਿਲੇਗੀ, ਰਹਿਣ ਨੂੰ ਜਗ੍ਹਾ ਮਿਲੇਗੀ। 3 ਦਿਨ ਤੱਕ ਅਸੀਂ ਉੱਥੇ ਰਹੇ। ਉਸ ਤੋਂ ਬਾਅਦ ਅਸੀਂ ਅੰਬਾਲਾ ਆ ਗਏ। 10 ਦਿਨ ਅਸੀਂ ਅੰਬਾਲਾ ਰਹੇ। ਕੁਲਦੀਪ ਨਗਰ ਕੈਂਪ ਹੁੰਦਾ ਸੀ, ਠੀਕ ਹੈ ਜੀ। ਬਲਦੇਵ ਨਗਰ ਦੇ ਨਾਲ ਹੁੰਦਾ ਸੀ ਕੁਲਦੀਪ ਨਗਰ ਕੈਂਪ, ਠੀਕ ਹੈ ਜੀ। ਉੱਥੇ ਸੀ ਰਹੇ। ਉਸ ਤੋਂ ਬਾਅਦ ਫਿਰ ਸਾਨੂੰ ਮੁਬਾਰਕਪੁਰ ਕੈਂਪ ਹੈ, ਜਿਹੜਾ ਚੰਡੀਗੜ੍ਹ ਤੋਂ ਤਕਰੀਬਨ 20 ਕਿਲੋਮੀਟਰ 15 ਕਿਲੋਮੀਟਰ, ਜ਼ੀਰਕਪੁਰ ਤੋਂ ਪਹਿਲੇ ਥੋੜ੍ਹਾ ਜਿਹਾ, ਡੇਰਾ ਬੱਸੀ ਬਿਲਕੁਲ ਨਾਲ, ਠੀਕ ਹੈ ਜੀ। ਅਸੀਂ ਉੱਥੇ ਰਹੇ 8 ਮਹੀਨੇ। ਉੱਥੇ ਸਾਨੂੰ ਠੀਕ ਠਾਕ ਕੋਈ ਦਿੱਕਤ ਨਹੀਂ ਆਈ। ਤੰਬੂ ਮਿਲਿਆ ਸੀ। ਸਾਡਾ ਐਡਰੈਸ ਸੀ A30 ਕਾਲਕਾ ਬਲਾਕ, ਲੇਡੀ ਤ੍ਰਿਵੇਦੀ ਕੈਂਪ, ਮੁਬਾਰਕਪੁਰ, ਘੱਗਰ ਸਟੇਸ਼ਨ ਦੇ ਨਾਲ। ਇਹ ਸਾਡਾ ਐਡਰੈਸ ਸੀ। ਉੱਥੇ 8 ਮਹੀਨੇ ਦੇ ਕਰੀਬ ਅਸੀਂ ਰਹੇ। ਉਸ ਤੋਂ ਬਾਅਦ ਸਾਨੂੰ ਜ਼ਮੀਨ ਅਲਾਟ ਹੋ ਗਈ ਪਰੇਲੀ ਜ਼ਿਲ੍ਹਾ ਅੰਬਾਲਾ ਬਰਵਾਲਾ ਦੇ ਨਾਲ। ਉਦੋਂ ਤਾਂ ਪੰਜਾਬ ਹੀ ਸੀ ਸਾਰਾ, ਕਿਉਂਕਿ ਉਦੋਂ ਸਾਰਾ ਪੰਜਾਬ ਸੀ, ਕਿਉਂਕਿ ਉਹਦਾ ਪੰਜਾਬ ਸੀ। ਲੇਕਿਨ ਡੇਰਾ ਬੱਸੀ ਵਗੈਰਾ ਸੀ, ਇਹ ਪੈਪਸੂ ਵਿੱਚ ਸੀ। ਹਾਂ, ਪੈਪਸੂ ਸੀ, ਇਹ ਪੰਜਾਬ ਨਹੀਂ ਸੀ, ਪੈਪਸੂ ਚ ਸੀਗਾ ਜੀ। ਹਾਂ, ਕੁਛ ਇਲਾਕਾ ਜਿਹੜਾ ਪੈਪਸੂ ਦੇ ਅੰਡਰ ਹੁੰਦਾ ਸੀ। ਉਦੋਂ ਜਦੋਂ ਤੱਕ ਫੈਸਲਾ ਨਹੀਂ ਹੋਇਆ ਕਿ ਨੇ ਮਹਾਰਾਜਾ ਪਟਿਆਲਾ ਨੇ ਕਿ ਮੈਂ ਮਰਜ ਕਰਨਾ, ਉਦੋਂ ਪੈਪਸੂ ਵਿੱਚ ਸੀ। ਬਿਲਕੁਲ, ਕਿਉਂਕਿ ਇਹ ਪਟਿਆਲਾ ਘਰਾਣਾ ਇਹ ਪੈਪਸੂ ਸੀ। ਅਸੀਂ ਪੰਜਾਬ ਵਿੱਚ ਚਲੇ ਗਏ, ਰਿਆਸਤ ਪਟਿਆਲਾ। ਹਾਂਜੀ, ਠੀਕ ਹੈ ਜੀ। ਕਿੰਨੇ ਦਿਨਾਂ ਦੇ ਸਫ਼ਰ ਦੇ ਵਿੱਚ ਤੁਸੀਂ ਹਿੰਦੁਸਤਾਨ ਪਹੁੰਚੇ ਜੀ? ਮੰਡੀ ਬਹਾਵਲਦੀਨ ਤੋਂ ਸਾਨੂੰ 3 ਦਿਨ ਲੱਗ ਗਏ। ਵਾਇਆ ਟ੍ਰੇਨ ਸਾਨੂੰ ਤਕਰੀਬਨ 3 ਦਿਨ ਲੱਗ ਗਏ। ਰਸਤੇ ਤੇ ਬਾਰਡਰ ਤੇ ਛੇਹਰਟਾ ਸਾਹਿਬ ਤੇ ਸਾਨੂੰ ਰੋਕ ਕੇ ਇੰਜੈਕਸ਼ਨ ਲੱਗੇ। ਪਹਿਲੇ ਛੇਹਰਟਾ ਸਾਹਿਬ ਅੰਮ੍ਰਿਤਸਰ ਸਾਹਿਬ, ਤੇ ਉੱਥੇ ਸਾਨੂੰ ਹੈਜ਼ਾ ਦੇ ਤੇ ਕੋਈ ਜਿਹੜੇ ਵੀ ਇੰਜੈਕਸ਼ਨ, ਐਂਟੀ ਇਨਫੈਕਸ਼ਨ ਇੰਜੈਕਸ਼ਨ ਉਹਨੇ ਤਾਂ ਲੱਗੇ ਤੇ ਸਾਨੂੰ ਬੁਖਾਰ ਹੋ ਗਿਆ। ਇੰਜੈਕਸ਼ਨ ਲਾ ਕੇ ਤਾਂ ਸਾਨੂੰ ਅੰਦਰ